ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਏ ਮਨਦੀਪ ਕੌਰ ਦੇ ਵਿੱਚ। ਅੱਜ ਦੀ ਕਿਤਾਬ ਹੈ ਜੀ ਖਿੜਕੀਆਂ, ਜੋ ਕਿ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਹੈ। ਤਾਂ ਸ਼ੁਰੂ ਕਰਦੇ ਹਾਂ। ਖਿੜਕੀ ਨੰਬਰ 111। ਅਮਰੀਕਾ ਦੇ ਇੱਕ ਸਕੂਲ ਵਿੱਚ ਪੜ੍ਹਦਾ ਇੱਕ ਕੈਂਸਰ ਪੀੜਤ ਬੱਚਾ ਰੇਡੀਓਥੈਰੇਪੀ ਕਾਰਨ ਸਿਰ ਦੇ ਵਾਲ ਝੜਨ ਕਰਕੇ ਗੰਜਾ ਹੋ ਗਿਆ ਸੀ ਤੇ ਗੰਜਾ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਹੋਰਾਂ ਨਾਲੋਂ ਵੱਖਰਾ ਅਤੇ ਊਣਾ ਸਮਝ ਰਿਹਾ ਸੀ। ਪਤਾ ਲੱਗਾ 5 ਦਿਨ ਮਗਰੋਂ ਉਸਦਾ ਜਨਮ ਦਿਨ ਸੀ। ਉਸ ਦਿਨ ਸਾਰੀ ਕਲਾਸ ਗੰਜੀ ਹੋ ਕੇ ਆਈ ਤੇ ਉਸ ਨਾਲ ਆਪਣੀ ਹਮਦਰਦੀ ਅਤੇ ਏਕਾ ਜਤਾਇਆ। ਖਿੜਕੀ ਨੰਬਰ 112। ਸਭ ਤੋਂ ਵੱਡਾ ਅੰਤਰ ਸੋਚ ਦਾ ਹੁੰਦਾ ਹੈ। 1914-18 ਦੇ ਵਿਸ਼ਵ ਯੁੱਧ ਦੌਰਾਨ ਜਰਮਨ ਈਸਟ ਅਫਰੀਕਨ ਮੁਹਿੰਮ ਵਿੱਚ ਇੱਕ ਜਰਮਨ ਜਰਨੈਲ ਨੇ ਇਕੱਲਿਆਂ ਅੰਗਰੇਜ਼ੀ, ਪੁਰਤਗਾਲੀ ਅਤੇ ਬੈਲਜੀਆ ਫੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ। ਭਾਵੇਂ ਅੰਤ ਨੂੰ ਲੜਾਈ ਇੰਗਲੈਂਡ ਨੇ ਜਿੱਤੀ ਸੀ। ਇਸ ਯੁੱਧ ਵਿੱਚ ਲਗਭਗ 10 ਸਾਲ ਮਗਰੋਂ ਅੰਗਰੇਜ਼ ਫੌਜੀ ਅਫਸਰਾਂ ਨੇ ਉਸ ਜਰਨੈਲ ਨੂੰ ਖਾਣੇ 'ਤੇ ਬੁਲਾਇਆ ਅਤੇ ਉਸ ਜਰਮਨ ਜਰਨੈਲ ਦੀ ਅੰਗਰੇਜ਼ਾਂ ਨੇ ਪੈਨਸ਼ਨ ਵੀ ਲਾਈ। ਇਹ ਅੰਗਰੇਜ਼ਾਂ ਵੱਲੋਂ ਉਸ ਜਰਨੈਲ ਦੀ ਬਹਾਦਰੀ ਦੀ ਦਾਦ ਦੇਣ ਦਾ ਪ੍ਰਮਾਣ ਸੀ। ਬੰਗਲਾਦੇਸ਼ ਦੀ ਲੜਾਈ ਵਿੱਚ ਪਾਕਿਸਤਾਨੀ ਫੌਜਾਂ ਦੇ ਇੱਕ ਕਪਤਾਨ ਅਹਿਸਾਨ ਮਲਿਕ ਨੇ ਬੜੀ ਬਹਾਦਰੀ ਵਿਖਾਈ ਸੀ। ਹਿੱਲੀ ਨਾ ਮੋਰਚੇ 'ਤੇ ਪਾਕਿਸਤਾਨੀ ਕਪਤਾਨ ਪੂਰੀ ਦ੍ਰਿੜਤਾ ਨਾਲ ਅੜਿਆ ਹੋਇਆ ਸੀ ਤੇ ਉਹ ਭਾਰਤੀ ਫੌਜ ਦੇ ਅੱਗੇ ਵਧਣ ਵਿੱਚ ਬਹੁਤ ਵੱਡੀ ਰੁਕਾਵਟ ਬਣਿਆ ਹੋਇਆ ਸੀ। ਭਾਰਤੀ ਫੌਜ ਦੀਆਂ 2 ਕੋਸ਼ਿਸ਼ਾਂ ਨਾਕਾਮ ਰਹੀਆਂ ਤੇ ਤੀਜੇ ਹਮਲੇ ਵਿੱਚ ਸਫਲਤਾ ਮਿਲੀ। ਭਾਰਤ ਦੇ ਫੀਲਡ ਮਾਰਸ਼ਲ ਮਾਨਕ ਸ਼ਾਹ ਨੇ ਉਸ ਕਪਤਾਨ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਪਾਕਿਸਤਾਨੀ ਫੌਜ ਦੇ ਜਰਨੈਲ ਨੂੰ ਨਿੱਜੀ ਚਿੱਠੀ ਲਿਖੀ। ਜਦੋਂ ਕਈ ਸਾਲ ਮਗਰੋਂ ਮਾਨਕ ਸ਼ਾਹ ਪਾਕਿਸਤਾਨ ਗਿਆ ਤਾਂ ਉਸਨੇ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਕਿਹਾ ਕਿ ਉਹ ਕਪਤਾਨ ਨੂੰ ਇਨਾਮ ਮਿਲਣਾ ਚਾਹੀਦਾ ਹੈ। ਇਨਾਮ ਤਾਂ ਕੀ ਮਿਲਣਾ ਸੀ। ਪਾਕਿਸਤਾਨੀ ਫੌਜ ਦੇ ਮੁਖੀ ਨੇ ਮਾਨਕ ਸ਼ਾਹ ਵੱਲੋਂ ਪਾਕਿਸਤਾਨੀ ਫੌਜ ਦੇ ਅਫਸਰ ਦੀ ਪ੍ਰਸ਼ੰਸਾ ਦਾ ਬੁਰਾ ਮਨਾਇਆ। ਇਸ ਨੂੰ ਦੁਸ਼ਮਣ ਦੀ ਚਾਲ ਸਮਝਿਆ ਗਿਆ ਤੇ ਅਫਸਰ 'ਤੇ ਸ਼ੱਕ ਕੀਤਾ ਗਿਆ। ਖਿੜਕੀ ਨੰਬਰ 113। ਪਤਨੀ ਕਦੀ ਵੀ ਕਵੀ ਦੀ ਪ੍ਰੇਰਨਾ ਨਹੀਂ ਹੁੰਦੀ। ਕਵੀ ਦੀ ਪ੍ਰੇਰਨਾ ਅਕਸਰ ਉਸਦੀ ਪ੍ਰੇਮਿਕਾ ਹੁੰਦੀ ਹੈ। ਕਵੀ ਦੀ ਪ੍ਰੇਰਨਾ ਦਾ ਸਰੋਤ ਬਦਲਦਾ ਰਹਿੰਦਾ ਹੈ। ਇੱਕ ਕਵੀ ਨੇ ਆਪਣੀ ਪ੍ਰੇਮਿਕਾ ਨੂੰ ਲਿਖਿਆ, "ਤੂੰ ਮੇਰੇ ਤੋਂ ਕਵਿਤਾ ਲਿਖਵਾਉਂਦੀ ਹੈ, ਮੈਂ ਤਾਂ ਕਾਗਜ਼ 'ਤੇ ਅੱਖਰ ਉਤਾਰਨ ਦਾ ਸੌਖਾ ਕਾਰਜ ਕਰਦਾ ਹਾਂ। ਤੂੰ ਹਰ ਵੇਲੇ ਮੇਰੇ ਕੋਲ ਹੁੰਦੀ ਹੈ, ਦੁੱਖ ਵਿੱਚ, ਸੁੱਖ ਵਿੱਚ। ਤੂੰ ਮੇਰੇ ਸੁਪਨੇ ਵਿੱਚ ਆ ਕੇ ਮੇਰੀ ਸਾਂਭ ਸੰਭਾਲ ਕਰਦੀ ਹੈ। ਤੇਰੇ ਦੱਸੇ ਬਿਨਾਂ ਹੀ ਮੈਂ ਜਾਣ ਜਾਂਦਾ ਹਾਂ ਕਿ ਤੂੰ ਮੇਰੇ ਬਾਰੇ ਸੋਚ ਰਹੀ ਹੈ, ਕਿਉਂਕਿ ਜਦੋਂ ਤੇਰੀ ਯਾਦ ਆਉਂਦੀ ਹੈ ਤਾਂ ਉਸ ਵੇਲੇ ਕਵਿਤਾ ਲਿਖਣ ਦਾ ਮੌਸਮ ਬਣ ਜਾਂਦਾ ਹੈ। ਜਦੋਂ ਮੈਂ ਤੈਨੂੰ ਯਾਦ ਕਰਦਾ ਹਾਂ, ਉਹ ਗੀਤ ਲਿਖਣ ਦਾ ਮੌਸਮ ਹੁੰਦਾ ਹੈ। ਇਸ ਮੌਸਮ ਵਿੱਚ ਪਿਆਰੇ ਦੀ ਯਾਦ ਹੀ ਚਾਹੀਦੀ ਹੁੰਦੀ ਹੈ, ਬਾਕੀ ਸਭ ਕੁਝ ਤਾਂ ਪਹਿਲਾਂ ਤੋਂ ਹੀ ਸਾਡੇ ਕੋਲ ਹੁੰਦਾ ਹੈ।" ਖਿੜਕੀ ਨੰਬਰ 114। 2 ਭੈਣਾਂ ਨੂੰ ਸਕੂਲ ਵਿੱਚ ਦੇਰ ਹੋ ਰਹੀ ਸੀ। ਇੱਕ ਨੇ ਦੂਜੀ ਨੂੰ ਕਿਹਾ, "ਆਪਾਂ ਰੁਕ ਕੇ ਪ੍ਰਾਰਥਨਾ ਕਰੀਏ ਕਿ ਪ੍ਰਮਾਤਮਾ ਸਾਨੂੰ ਸਮੇਂ ਸਿਰ ਸਕੂਲ ਪਹੁੰਚਾ ਦੇਵੇ।" ਦੂਜੀ ਨੇ ਕਿਹਾ, "ਨਹੀਂ, ਆਪਾਂ ਤੇਜ਼ ਦੌੜੀਏ ਤੇ ਦੌੜਦਿਆਂ ਪ੍ਰਾਰਥਨਾ ਕਰੀਏ।" ਖਿੜਕੀ ਨੰਬਰ 115। ਧਰਮ ਅਤੇ ਵਿਗਿਆਨ ਵਿੱਚ ਅੰਤਰ ਹੈ। ਸ਼ਰਧਾਲੂਆਂ ਦੀ ਭੀੜ ਧਰਮ ਦੇ ਸਹੀ ਹੋਣ ਦਾ ਪ੍ਰਮਾਣ ਮੰਨੀ ਜਾਂਦੀ ਹੈ। ਵਿਗਿਆਨ ਵਿੱਚ ਭੀੜ ਦਾ ਨਹੀਂ, ਤਰਕ ਦਾ ਬੋਲਬਾਲਾ ਹੈ। ਇੱਕ ਵਿਅਕਤੀ 100 ਤੋਂ ਵੱਧ ਵਿਗਿਆਨੀ ਆਈਨਸਟਾਈਨ ਨੂੰ ਕਹਿਣ ਆਏ ਕਿ ਤੁਹਾਡੇ ਸਾਪੇਖਤਾਵਾਦ ਦੇ ਸਿਧਾਂਤਾਂ ਨੂੰ ਅਸੀਂ ਗਲਤ ਸਿੱਧ ਕੀਤਾ ਹੈ। ਆਈਨਸਟਾਈਨ ਨੇ ਕਿਹਾ, ਭੀੜ ਦੇ ਆਉਣ ਦੀ ਕੀ ਲੋੜ ਸੀ। ਜੇ ਸਿਧਾਂਤ ਗਲਤ ਹੋ ਤਾਂ ਗਲਤ ਸਾਬਿਤ ਕਰਨ ਲਈ ਇੱਕ ਵਿਅਕਤੀ ਹੀ ਕਾਫੀ ਹੈ। ਖਿੜਕੀ ਨੰਬਰ 116। ਇੱਕ ਵਿਅਕਤੀ ਨੂੰ ਚੰਗੀ ਤਰ੍ਹਾਂ ਲਿਖਣਾ ਨਹੀਂ ਸੀ ਆਉਂਦਾ, ਪਰ ਉਸਨੂੰ ਲਾਭਕਾਰੀ ਸੌਦੇ ਕਰਨ ਦੀ ਬੜੀ ਚੰਗੀ ਜਾਂਚ ਸੀ। ਇੱਕ ਹੋਰ ਵਿਅਕਤੀ ਨੂੰ ਲਿਖਣਾ ਤਾਂ ਆਉਂਦਾ ਸੀ, ਪਰ ਉਸਨੂੰ ਹਰ ਕੰਮ ਵਿੱਚ ਘਾਟਾ ਪੈ ਜਾਂਦਾ ਸੀ। ਅਣਕਿਆਸੇ ਖਰਚਿਆਂ ਕਾਰਨ ਨੁਕਸਾਨ ਹੋ ਜਾਂਦਾ ਸੀ। ਜਿਸਨੂੰ ਆਪ ਲਿਖਣਾ ਨਹੀਂ ਸੀ ਆਉਂਦਾ, ਉਹ ਦੂਜੇ ਨੂੰ ਸੌਦਾ ਕਰਨਾ ਸਮਝਾਉਂਦਾ ਸੀ ਅਤੇ ਦੂਜਾ ਉਸਦੇ ਸਮਝਾਏ ਨੂੰ ਤਰਤੀਬਵਾਰ ਲਿਖਵਾਉਂਦਾ ਸੀ। ਜਦੋਂ ਉਹ ਲਿਖਵਾ ਰਿਹਾ ਸੀ ਤਾਂ ਲਿਖਣ ਵਾਲੇ ਨੇ ਚਿੜ ਕੇ ਕਿਹਾ, "ਤੁਸੀਂ ਬੜਾ ਤੇਜ਼ ਲਿਖਵਾਉਂਦੇ ਹੋ।" ਦੂਜਾ ਉੱਤਰ ਦੇ ਸਕਦਾ ਸੀ ਕਿ ਤੂੰ ਬੜਾ ਸੁਸਤ ਹੈਂ, ਪਰ ਉਸਨੇ ਆਪਣੀ ਲਿਖਵਾਉਣ ਦੀ ਰਫ਼ਤਾਰ ਹੌਲੀ ਕਰ ਲਈ ਤੇ ਦੂਜੇ ਨੂੰ ਚੰਗੀ ਤਰ੍ਹਾਂ ਲਿਖਣ ਦਿੱਤਾ। ਦੂਜੇ ਨੇ ਪਹਿਲੇ ਨੂੰ ਵੱਡੇ ਸੌਦੇ ਲਾਭਕਾਰੀ ਢੰਗ ਨਾਲ ਕਰਨ ਦੀ ਜੁਗਤ ਅਤੇ ਵੱਡੇ ਸੌਦਿਆਂ ਦਾ ਪਿਛੋਕੜ ਸਮਝਾਉਣ ਦਾ ਆਰੰਭ ਕੀਤਾ। ਇਵੇਂ ਉਹ ਦੋਵੇਂ ਇੱਕ ਦੂਜੇ ਦੇ ਸਹਿਯੋਗ ਨਾਲ ਕਾਮਯਾਬ ਹੋਏ ਅਤੇ ਰੇਲਵੇ ਦੇ ਸਭ ਤੋਂ ਵੱਡੇ ਠੇਕੇਦਾਰ ਬਣ ਗਏ। ਸਿੱਖੋ ਸਿਖਾਓ, ਵਿਦਿਆਰਥੀ ਅਧਿਆਪਕ, ਅਧਿਆਪਕ ਵਿਦਿਆਰਥੀ ਬਣੋ। ਤੂੰ ਮੈਂ ਤੂੰ ਮੈਂ ਕਹਿਣ ਦੀ ਥਾਂ ਅਸੀਂ ਕਹਿਣ ਦੀ ਜਾਂਚ ਆ ਜਾਵੇਗੀ ਅਤੇ ਸਫਲ ਹੋਣ ਦਾ ਢੰਗ ਆ ਜਾਵੇਗਾ। ਖਿੜਕੀ ਨੰਬਰ 117। ਸ਼ਿਵਾਜੀ ਨੇ ਕਲਿਆਣ ਰਿਆਸਤ 'ਤੇ ਹਮਲਾ ਕੀਤਾ ਤੇ ਮੁਸਲਮਾਨ ਹਾਕਮ ਨੂੰ ਹਰਾ ਦਿੱਤਾ ਤੇ ਹਾਰਿਆ ਹੋਇਆ ਹਾਕਮ ਫਰਾਰ ਹੋ ਗਿਆ, ਪਰ ਉਸਦੀ ਨੂੰਹ ਬੇਗਮ ਬਹਿਲੋਲ, ਜਿਹੜੀ ਅਰਬ ਦੇ ਸ਼ੇਖ ਦੀ ਬੇਟੀ ਸੀ, ਮਰਹੱਟੇ
ਸਿਪਾਹੀਆਂ ਦੇ ਕਾਬੂ ਆ ਗਈ। ਸਿਪਾਹੀਆਂ ਨੇ ਬੇਗਮ ਨੂੰ ਸ਼ਿਵਾਜੀ ਦੇ ਸਾਹਮਣੇ ਪੇਸ਼ ਕੀਤਾ। ਸ਼ਿਵਾਜੀ ਉਸ ਦੀ ਸੁੰਦਰਤਾ ਵੇਖ ਕੇ ਦੰਗ ਰਹਿ ਗਏ ਅਤੇ ਕਿੰਨਾ ਹੀ ਚਿਰ ਉਸ ਦੀ ਸੁੰਦਰਤਾ ਨੂੰ ਨਿਹਾਰਦੇ ਰਹੇ ਅਤੇ ਅੰਤ ਨੂੰ ਬੋਲੇ, ਮਾਂ ਤੂੰ ਕਿੰਨੀ ਸੋਹਣੀ ਹੈ। ਜੇ ਮੈਂ ਤੇਰੀ ਕੁੱਖ ਵਿੱਚੋਂ ਜਨਮ ਲਿਆ ਹੁੰਦਾ ਤਾਂ ਮੈਂ ਵੀ ਬੜਾ ਸੋਹਣਾ ਹੋਣਾ ਸੀ। ਭਰੇ ਦਰਬਾਰ ਵਿੱਚ ਸ਼ਿਵਾਜੀ ਨੇ ਹੁਕਮ ਦਿੱਤਾ ਕਿ ਬੇਗਮ ਨੂੰ ਪੂਰੇ ਸਨਮਾਨ ਅਤੇ ਹਿਫਾਜ਼ਤ ਨਾਲ ਉਸਦੇ ਮਹਿਲ ਪਹੁੰਚਾਇਆ ਜਾਵੇ। ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਬੇਗਮ ਨੇ ਸ਼ਿਵਾਜੀ ਨੂੰ ਆਪਣਾ ਚਰਿੱਤਰ ਵਿਖਾਉਣ ਦਾ ਅਵਸਰ ਦਿੱਤਾ ਸੀ ਤੇ ਸ਼ਿਵਾਜੀ ਨੇ ਆਪਣੇ ਚਰਿੱਤਰਵਾਨ ਹੋਣ ਦਾ ਭਰਪੂਰ ਅਤੇ ਸਥੂਲ ਸਬੂਤ ਦਿੱਤਾ ਸੀ। ਖਿੜਕੀ ਨੰਬਰ 118 ਜਦੋਂ ਵੀ ਝਗੜਾ ਹੁੰਦਾ ਹੈ ਉਸ ਸਮੇਂ ਇੱਕ ਧਿਰ ਤਕੜੀ ਅਤੇ ਦੂਜੀ ਧਿਰ ਕਮਜ਼ੋਰ ਹੁੰਦੀ ਹੈ। ਜਿਉਂ-ਜਿਉਂ ਝਗੜਾ ਵੱਧਦਾ ਹੈ ਕਮਜ਼ੋਰ ਧਿਰ ਹੌਲੀ-ਹੌਲੀ ਤਕੜੀ ਹੁੰਦੀ ਜਾਂਦੀ ਹੈ ਅਤੇ ਆਖਰ ਦੋਵੇਂ ਧਿਰਾਂ ਬਰਾਬਰ ਦੀਆਂ ਹੋ ਜਾਂਦੀਆਂ ਹਨ ਅਤੇ ਜਿਸ ਧਿਰ ਕੋਲ ਚਰਿੱਤਰ ਦੀ ਵਧੇਰੇ ਸ਼ਕਤੀ ਹੁੰਦੀ ਹੈ ਪੱਲੜਾ ਉਸ ਦੇ ਪੱਖ ਵਿੱਚ ਹੋ ਜਾਂਦਾ ਹੈ। ਇੱਕ ਰਾਜ ਮਿਸਤਰੀ ਨੂੰ ਇੱਕ ਮਾਲਕ ਤੰਗ ਕਰ ਰਿਹਾ ਸੀ ਤੇ ਉਸ ਨੂੰ ਗਲਤ ਉਸਾਰੀ ਕਰਕੇ ਵਾਰ-ਵਾਰ ਗੁਆਂਢੀ ਦੀ ਥਾਂ ਮੱਲਣ ਲਈ ਕਹਿ ਰਿਹਾ ਸੀ। ਰਾਜ ਮਿਸਤਰੀ ਗਲਤ ਕੰਮ ਕਰਨ ਲਈ ਤਿਆਰ ਨਹੀਂ ਸੀ। ਮਾਲਕ ਨੇ ਉਸ ਰਾਜ ਮਿਸਤਰੀ ਨੂੰ ਕੰਮ ਤੋਂ ਹਟਾ ਦਿੱਤਾ, ਉਸ ਦੀ ਉਜਰਤ ਅਦਾ ਨਾ ਕੀਤੀ ਅਤੇ ਉਸ ਦੇ ਸੰਦ ਵੀ ਰੱਖ ਲਏ। ਇਹ ਸਭ ਕੁਝ ਉਸ ਨੇ ਇਹ ਸੋਚ ਕੇ ਕੀਤਾ ਕਿ ਰਾਜ ਮਿਸਤਰੀ ਉਸ ਦਾ ਕੀ ਵਿਗਾੜ ਲਵੇਗਾ। ਪਰੇਸ਼ਾਨ ਹੋਏ ਰਾਜ ਮਿਸਤਰੀ ਨੇ ਮਿੰਨਤਾਂ ਤਰਲੇ ਕੀਤੇ ਪਰ ਮਾਲਕ ਤੇ ਕੋਈ ਅਸਰ ਨਾ ਹੋਇਆ। ਅਚਾਨਕ ਮਿਸਤਰੀ ਨੂੰ ਯਾਦ ਆਇਆ ਕਿ ਕਿਸੇ ਵੇਲੇ ਉਸਨੇ ਇੱਕ ਨੇਕ ਪੁਲਿਸ ਅਫਸਰ ਦਾ ਮਕਾਨ ਉਸਾਰਿਆ ਸੀ ਜਿਸ ਨੇ ਕੰਮ ਮੁੱਕਣ ਤੇ ਕਿਹਾ ਸੀ, ਕਦੇ ਕਿਸੇ ਦੀ ਮਦਦ ਦੀ ਲੋੜ ਪਵੇ ਤਾਂ ਮੇਰੇ ਕੋਲ ਆ ਜਾਵੀਂ। ਮਿਸਤਰੀ ਨੂੰ ਅਫਸਰ ਦਾ ਕੇਵਲ ਨਾਂ ਹੀ ਪਤਾ ਸੀ। ਲੱਭਦਿਆਂ-ਲੱਭਦਿਆਂ ਜਾ ਲੱਭਿਆ, ਸਮੱਸਿਆ ਦੱਸੀ। ਉਹ ਅਫਸਰ ਬੜਾ ਅਧਿਕਾਰੀ ਬਣ ਗਿਆ ਸੀ। ਉਸ ਅਫਸਰ ਨੇ ਰਾਜ ਮਿਸਤਰੀ ਨੂੰ ਤੰਗ ਕਰਨ ਵਾਲੇ ਮਾਲਕ ਨੂੰ ਇੱਕ ਸਖਤ ਫੋਨ ਕੀਤਾ ਅਤੇ ਮਾਲਕ ਨੂੰ ਸਾਰੀ ਸਥਿਤੀ ਸਮਝਣ ਵਿੱਚ ਦੇਰ ਨਾ ਲੱਗੀ ਤੇ ਉਸਨੇ ਸ਼ਾਮ ਤੱਕ ਅਦਾਇਗੀ ਵੀ ਦਿੱਤੀ, ਸੰਦ ਵੀ ਮੋੜ ਦਿੱਤੇ ਅਤੇ ਪਰੇਸ਼ਾਨੀ ਵਾਲੇ ਦਿਨਾਂ ਦੀ ਵੀ ਉਜਰਤ ਦਿੱਤੀ ਅਤੇ ਆਪਣੀ ਗਲਤੀ ਦੀ ਖਿਮਾ ਵੀ ਮੰਗੀ। ਖਿੜਕੀ ਨੰਬਰ 119 ਇੱਕ ਜਵਾਨ ਇੱਕ ਲੜਕੀ ਦਾ ਚਿੱਤਰ ਵੇਖਿਆ ਕਰਦਾ ਸੀ ਜਿਸ ਦੀ ਮਾਂ ਮਰ ਗਈ ਸੀ ਅਤੇ ਲੜਕੀ ਦੀ ਅੱਖ ਵਿੱਚ ਬੇਵਸੀ ਦਾ ਇੱਕ ਹੰਝੂ ਸੀ। ਇਹ ਹੰਝੂ ਉਹ ਵੇਖਦਾ ਰਹਿੰਦਾ ਸੀ ਅਤੇ ਸੋਚਦਾ ਰਹਿੰਦਾ ਸੀ ਕਿ ਇਹ ਬੇਵਸੀ ਦਾ ਹੰਝੂ ਸੀ ਜਾਂ ਇਹ ਦਰਦ ਦਾ ਹੰਝੂ ਸੀ, ਇਹ ਨਿਆਂ ਸਰੇਪਣ ਦਾ ਸੰਤਾਪ ਸੀ ਜਾਂ ਵਿਛੋੜੇ ਦਾ ਦੁੱਖ ਸੀ, ਇਹ ਸੰਕਟ ਦਾ ਸੰਕੇਤ ਸੀ ਜਾਂ ਪਾਏ ਹੋਏ ਘਾਟੇ ਦਾ ਹੰਝੂ ਸੀ, ਇਹ ਆਉਣ ਵਾਲੀਆਂ ਮੁਸ਼ਕਲਾਂ ਦਾ ਹੰਝੂ ਸੀ ਜਾਂ ਡੂੰਘੀ ਵੇਦਨਾ ਦਾ ਪ੍ਰਗਟਾਵਾ ਸੀ। ਇਸ ਹੰਝੂ ਨੇ ਉਸ ਜਵਾਨ ਨੂੰ ਸੋਭਾ ਸਿੰਘ ਚਿੱਤਰਕਾਰ ਬਣਾ ਦਿੱਤਾ ਸੀ। ਖਿੜਕੀ ਨੰਬਰ 120 ਜਿਨ੍ਹਾਂ ਘਰਾਂ ਵਿੱਚ ਬੱਚਿਆਂ ਨੂੰ ਗਲਤੀਆਂ ਦੀ ਸਰੀਰਕ ਸਜ਼ਾ ਦਿੱਤੀ ਜਾਂਦੀ ਹੈ ਉੱਥੇ ਬੱਚੇ ਵਧੇਰੇ ਝੂਠ ਬੋਲਦੇ ਹਨ। ਉਹਨਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਝੂਠ ਬੋਲ ਕੇ ਉਹ ਚਰਿੱਤਰ ਦੇ ਪੱਖੋਂ ਕਮਜ਼ੋਰ ਹੋ ਰਹੇ ਹੁੰਦੇ ਹਨ। ਸਜ਼ਾ ਦੇਣ ਵਾਲੇ ਮਾਪੇ ਬੱਚਿਆਂ ਦੀ ਨਫ਼ਰਤ ਹੀ ਕਮਾਉਂਦੇ ਹਨ। ਅਜਿਹੇ ਬੱਚੇ ਵਧੇਰੇ ਬਹਾਨੇ ਲਾਉਂਦੇ ਹਨ ਕਿਉਂਕਿ ਉਹਨਾਂ ਨੂੰ ਹਰ ਵੇਲੇ ਗਲਤੀ ਕਰਨ ਅਤੇ ਗਲਤੀ ਹੋ ਜਾਣ ਦਾ ਡਰ ਲੱਗਿਆ ਰਹਿੰਦਾ ਹੈ। ਉਹਨਾਂ ਵਿੱਚ ਆਤਮ ਵਿਸ਼ਵਾਸ ਨਹੀਂ ਹੁੰਦਾ, ਉਹ ਆਪਣੇ ਆਪ ਨੂੰ ਕਿਸੇ ਜ਼ਿੰਮੇਵਾਰੀ ਦੇ ਯੋਗ ਨਹੀਂ ਸਮਝਦੇ, ਉਹਨਾਂ ਵਿੱਚ ਪਹਿਲ ਕਰਨ ਦੀ ਹਿੰਮਤ ਨਹੀਂ ਹੁੰਦੀ। ਕੋਈ ਕੰਮ ਗਲਤ ਹੋਣ ਤੇ ਜਦੋਂ ਮਾਪੇ ਕਹਿੰਦੇ ਹਨ ਇਹ ਤੂੰ ਕੀਤਾ ਹੈ, ਹੋਰ ਕਿਸਨੇ ਕੀਤਾ ਹੈ, ਤੂੰ ਹੀ ਕੀਤਾ ਹੈ, ਵਿਸ਼ੇਸ਼ ਕਰਕੇ ਉਦੋਂ ਜਦੋਂ ਮਾਪੇ ਜਾਣਦੇ ਹੁੰਦੇ ਹਨ ਕਿ ਉਸਨੇ ਹੀ ਕੀਤਾ ਹੈ, ਉਸ ਵੇਲੇ ਜੇ ਸੋਚਿਆ ਜਾਵੇ ਤਾਂ ਕਿ ਇਹ ਉਸਨੇ ਜਾਣ ਕੇ ਨਹੀਂ ਕੀਤਾ, ਉਸ ਤੋਂ ਹੋ ਗਿਆ। ਐਵੇਂ ਕੁਝ ਗਲਤ ਹੋ ਜਾਣ ਜਾਂ ਕਰਨ ਦਾ ਕਾਰਨ ਦੱਸਦਿਆਂ ਬੱਚਾ ਝੂਠ ਬੋਲਣਾ ਪਸੰਦ ਨਹੀਂ ਕਰੇਗਾ। ਬਚਪਨ ਵਾਸਤਵ ਵਿੱਚ ਗਲਤੀਆਂ ਕਰਨ ਅਤੇ ਗਲਤੀਆਂ ਤੋਂ ਸਿੱਖਣ ਦੀ ਉਮਰ ਹੁੰਦੀ ਹੈ। ਖਿੜਕੀ ਨੰਬਰ 121 ਸਿੱਪ ਦਾ ਕੀੜਾ ਜਦੋਂ ਖੁਰਾਕ ਲਈ ਮੂੰਹ ਖੋਲ੍ਹਦਾ ਹੈ ਤਾਂ ਰੇਤ ਦਾ ਕਿਣਕਾ ਉਸ ਵਿੱਚ ਆਣ ਬਹਿੰਦਾ ਹੈ ਜਿਹੜਾ ਉਸ ਦੀ ਕੋਮਲ ਹੋਂਦ ਨੂੰ ਰਗੜਦਾ ਹੈ। ਕੀੜਾ ਇਸ ਰੜਕ ਨੂੰ ਨਰਮ ਕਰਨ ਲਈ ਉਸ ਉੱਤੇ ਹਰ ਵੇਲੇ ਆਪਣੇ ਮੂੰਹ ਦਾ ਲੁਆਬ ਚੜ੍ਹਾਉਂਦਾ ਰਹਿੰਦਾ ਹੈ। ਉਸ ਲੁਆਬ ਚੜ੍ਹਾਉਣ ਕਾਰਨ ਕਿਣਕਾ ਗੋਲ ਅਤੇ ਵੱਡਾ ਹੁੰਦਾ ਜਾਂਦਾ ਹੈ। ਇੱਕ ਦਿਨ ਇਸ ਤਿਣਕੇ ਦੇ ਵੱਡੇ ਹੋ ਜਾਣ ਕਾਰਨ ਸਾਹ ਘੁੱਟਣ ਕਰਕੇ ਸਿੱਪ ਦਾ ਕੀੜਾ ਮਰ ਜਾਂਦਾ ਹੈ। ਉਸ ਦਿਨ ਇਸ ਕਿਣਕੇ ਤੋਂ ਬਣੇ ਮੋਤੀ ਦਾ ਜਨਮ ਹੁੰਦਾ ਹੈ। ਖਿੜਕੀ ਨੰਬਰ 122 ਸੂਰਜ ਦੀ ਗਰਮੀ ਨਾਲ ਬੱਦਲ ਬਣਿਆ ਪਾਣੀ ਧਰਤੀ 'ਤੇ ਵਰ ਕੇ ਵਹਿ ਤੁਰਦਾ ਹੈ। ਇਸ ਵਹਿਣ ਵਿੱਚ ਬਰਕਤ ਹੁੰਦੀ ਹੈ ਕਿਉਂਕਿ ਇਹ ਪਾਣੀ ਰਾਹ ਵਿੱਚ ਬਨਸਪਤੀ ਨੂੰ ਪਾਲਦਾ ਹੈ, ਜੀਵਾਂ ਦੀ ਪਿਆਸ ਬੁਝਾਉਂਦਾ ਹੈ, ਟੋਇਆਂ ਨੂੰ ਭਰਦਾ ਹੈ, ਟਿੱਬਿਆਂ ਨੂੰ ਹਰਾ-ਭਰਾ ਕਰਦਾ ਹੈ, ਜ਼ਿੰਦਗੀ ਦੀ ਅਸੀਸ ਦਿੰਦਾ ਹੈ, ਧਰਤੀ ਦਾ ਪਹਿਰਾਵਾ ਬਦਲਦਾ ਹੈ, ਦਰੱਖਤਾਂ, ਬੂਟਿਆਂ, ਖੇਤਾਂ ਨੂੰ ਨਵਾਂ ਜੀਵਨ ਦਿੰਦਾ ਹੈ, ਬਹਿੰਦਾ, ਖਲੋਂਦਾ, ਰੁਕਦਾ, ਵਹਿੰਦਾ, ਉੱਡਦਾ, ਕੁਦਰਤ ਦੇ ਹੁਕਮ ਵਿੱਚ ਰਹਿੰਦਾ ਹੈ ਅਤੇ ਧਰਤੀ ਦੀ ਪਰਿਕਰਮਾ ਕਰਕੇ ਮੁੜ ਜਾਂਦਾ ਹੈ। ਖਿੜਕੀ ਨੰਬਰ 123 ਨਾਰਦ ਨੇ ਕ੍ਰਿਸ਼ਨ ਨੂੰ ਪੁੱਛਿਆ, ਤੈਨੂੰ ਸਭ ਤੋਂ ਵੱਧ ਪਿਆਰ ਕੌਣ ਕਰਦਾ ਹੈ? ਕ੍ਰਿਸ਼ਨ ਨੇ ਨਾਰਦ ਨੂੰ ਉੱਤਰ ਦਿੱਤਾ, ਵ੍ਰਿੰਦਾਵਨ ਜਾ ਅਤੇ ਪਤਾ ਕਰਕੇ ਆ। ਜਿਸ ਨੂੰ ਮੇਰੇ ਨਾਲ ਪਿਆਰ ਹੋਵੇ ਉਸਨੂੰ ਯੋਗ ਸਾਧਨਾ ਸਿਖਾਈਂ ਅਤੇ ਧਿਆਨ ਕਰਨ ਦੀ ਸਿਖਲਾਈ ਦੇਈਂ।
ਨਾਰਦ ਚਲਾ ਗਿਆ। ਰਾਧਾ ਵੇਖੀ ਜਮਨਾ ਦੇ ਕਿਨਾਰੇ ਗੋਪੀਆਂ ਦੇ ਨਾਲ। ਨਾਰਦ ਨੇ ਕਿਹਾ, ਮੈਂ ਸਾਧਨਾ ਸਿਖਾ ਸਕਦਾ ਹਾਂ। ਜਿਹੜੇ ਸਿੱਖਣਾ ਚਾਹੁੰਦੇ ਹੋਣ ਉਹ ਆ ਜਾਣ। ਰਾਧਾ ਖੁਸ਼ ਸੀ ਕਿ ਉਹ ਯੋਗ ਸਾਧਨਾ ਸਿੱਖੇਗੀ, ਕਿਉਂਕਿ ਕਿਸੇ ਵੇਲੇ ਉਸਨੂੰ ਕ੍ਰਿਸ਼ਨ ਤੇ ਯੋਗ ਸਾਧਨਾ ਸਿੱਖਣ ਲਈ ਕਿਹਾ ਸੀ। ਕੁਝ ਦਿਨ ਮਗਰੋਂ ਨਾਰਦ ਨੇ ਕਿਹਾ, ਆਪਣੇ ਇਸ਼ਟ ਦੇਵ ਤੇ ਆਪਣਾ ਧਿਆਨ ਇਕਾਗਰ ਕਰੋ, ਕ੍ਰਿਸ਼ਨ ਤੇ ਧਿਆਨ ਇਕਾਗਰ ਕਰੋ। ਰਾਧਾ ਇੱਕਦਮ ਖੜੀ ਹੋ ਕੇ ਬੋਲੀ, ਕੀ ਧਿਆਨ ਇਸ ਵਾਸਤੇ ਸਿਖਾਉਂਦਾ ਰਿਹਾ ਹੈ? ਕ੍ਰਿਸ਼ਨ ਤਾਂ ਮੇਰੇ ਅੰਗ ਸੰਗ ਹੈ, ਮੈਂ ਕ੍ਰਿਸ਼ਨ ਤੇ ਧਿਆਨ ਕਿਵੇਂ ਇਕਾਗਰ ਕਰਾਂ? ਇਕਾਗਰ ਕਰਨ ਦੀ ਲੋੜ ਤਾਂ ਪਵੇਗੀ ਜੇ ਧਿਆਨ ਕਦੇ ਪਰੇ ਹੋਇਆ ਹੋਵੇ। ਜੇ ਤੇਰੇ ਵਿੱਚ ਕੁਝ ਸਿਖਾਉਣ ਦੀ ਯੋਗਤਾ ਹੈ ਤਾਂ ਮੈਨੂੰ ਇਹ ਸਿਖਾ ਕਿ ਮੈਂ ਕ੍ਰਿਸ਼ਨ ਤੋਂ ਆਪਣਾ ਧਿਆਨ ਪਰੇ ਕਿਵੇਂ ਕਰਾਂ। ਨਾਰਦ ਨੇ ਕਿਹਾ, ਮੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ। ਖਿੜਕੀ ਨੰਬਰ 124। ਕਈ ਅਵਸਰ ਹੱਥੋਂ ਗਵਾ ਕੇ ਅਸੀਂ ਲੰਬਾ ਅਰਸਾ ਪਛਤਾਉਂਦੇ ਰਹਿੰਦੇ ਹਾਂ। ਇੱਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, 1 ਰੁਪਇਆ ਲੈ ਜਾਂਦੀ ਸੀ। ਕਦੇ ਕਦੇ ਮੈਂ 2 ਰੁਪਏ ਵੀ ਦਿੰਦਾ ਸਾਂ, ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ। ਇੱਕ ਵਾਰੀ ਉਸਨੇ ਨਾਲ ਦੀ ਦੁਕਾਨ ਤੋਂ ਪੁੱਛਿਆ, ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ। ਮੈਂ ਸੁਣ ਲਿਆ ਸੀ, ਸੋਚਿਆ ਅਗਲੀ ਵਾਰ ਆਵੇਗੀ 100 ਰੁਪਏ ਦੇਵਾਂਗਾ। ਫਿਰ ਖਿਆਲ ਆਇਆ, ਜੇ ਦੇਣੇ ਹੀ ਹਨ ਤਾਂ ਹੁਣੇ ਹੀ ਦੇ ਦੇਣੇ ਚਾਹੀਦੇ ਹਨ। ਮੈਂ ਉਸਨੂੰ ਵਾਪਸ ਬੁਲਾਉਣ ਲਈ ਬਾਹਰ ਗਿਆ, ਪਰ ਉਹ ਜਾ ਚੁੱਕੀ ਸੀ। ਫਿਰ ਉਹ ਕਦੇ ਆਈ ਹੀ ਨਾ। ਕੁਝ ਦਿਨਾਂ ਮਗਰੋਂ ਪਤਾ ਚੱਲਿਆ ਉਹ ਚਲਾਣਾ ਕਰ ਗਈ ਸੀ। ਉਹ 100 ਰੁਪਏ ਭਾਵੇਂ ਕਿਸੇ ਹੋਰ ਨੂੰ ਦੇ ਦਿੱਤੇ, ਪਰ ਉਸ ਦਿਨ ਉਸਨੂੰ ਇਹ ਪੈਸੇ ਨਾ ਦੇਣ ਸਕਣ ਦਾ ਪਛਤਾਵਾ ਅਜੇ ਵੀ ਹੈ। ਖਿੜਕੀ ਨੰਬਰ 125। ਪਾਦਰੀ ਕਹਿ ਰਿਹਾ ਸੀ, ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਵਿੱਚ ਕੋਈ ਨੁਕਸ ਨਹੀਂ ਹੈ। ਸੁਣ ਕੇ ਇੱਕ ਕੁੱਬਾ ਖੜਾ ਹੋ ਗਿਆ ਤੇ ਕਹਿਣ ਲੱਗਾ, ਮੇਰੇ ਵੱਲ ਵੇਖੋ। ਪਾਦਰੀ ਨੇ ਪ੍ਰਸ਼ੰਸਾਮਈ ਅੰਦਾਜ਼ ਨਾਲ ਕਿਹਾ, ਵੇਖੋ ਪਰਮਾਤਮਾ ਨੇ ਕਿੰਨਾ ਸੋਹਣਾ ਕੁੱਬਾ ਬਣਾਇਆ ਹੈ। ਖਿੜਕੀ ਨੰਬਰ 126। ਜਰਮਨੀ ਦੇ ਇੱਕ ਪ੍ਰਸਿੱਧ ਸੰਗੀਤਕਾਰ ਦੀ ਸੰਗੀਤ ਮੰਡਲੀ ਵਿਚਲਾ ਵਾਇਲਨ ਵਜਾਉਣ ਵਾਲਾ ਕਲਾਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਸੰਗੀਤਕਾਰ ਨੂੰ ਵਾਇਲਨ ਵਜਾਉਣ ਵਾਲੇ ਇੱਕ ਮਾਹਿਰ ਕਲਾਕਾਰ ਦੀ ਲੋੜ ਸੀ। ਉਸਨੇ ਆਪਣੇ ਸਕੱਤਰ ਨੂੰ ਪ੍ਰਬੰਧ ਕਰਨ ਲਈ ਕਿਹਾ। ਸਕੱਤਰ ਨੂੰ ਕਿਸੇ ਨੇ ਦੱਸ ਪਾਈ ਕਿ ਵਾਇਲਨ ਦਾ ਇੱਕ ਚੰਗਾ ਕਲਾਕਾਰ ਹੈ, ਪਰ ਉਹ ਇੱਕ ਪਿੰਡ ਵਿੱਚ ਰਹਿੰਦਾ ਹੈ। ਜੇ ਉਸਦੀ ਕਲਾ ਦੀ ਪਰਖ ਕਰਨ ਵਾਸਤੇ ਉਸਨੂੰ ਬੁਲਾਇਆ ਜਾਵੇ ਤਾਂ ਉਹ ਪਰਖੇ ਜਾਣ ਲਈ ਨਹੀਂ ਆਵੇਗਾ, ਉਸ ਕੋਲ ਜਾਣਾ ਪਵੇਗਾ। ਜੇ ਉਹ ਤੁਹਾਨੂੰ ਪਸੰਦ ਆ ਗਿਆ ਤਾਂ ਉਹ ਤੁਹਾਡੀ ਸੰਗੀਤ ਮੰਡਲੀ ਵਿੱਚ ਕੰਮ ਕਰਨ ਲਈ ਮੈਂ ਮਨਾ ਲਵਾਂਗਾ। ਸੰਗੀਤਕਾਰ ਆਪਣੇ ਸਕੱਤਰ ਨਾਲ ਵਾਇਲਨ ਵਜਾਉਣ ਵਾਲੇ ਦੇ ਪਿੰਡ ਗਿਆ। ਵਾਇਲਨ ਦਾ ਕਲਾਕਾਰ ਸਰਦੀਆਂ ਦੀ ਧੁੱਪ ਵਿੱਚ ਬੈਠਾ ਸੀ। ਉਸਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮਹਿਮਾਨਾਂ ਲਈ ਕੁਰਸੀਆਂ ਉਹ ਆਪ ਲੈ ਕੇ ਆਇਆ। ਉਸਨੇ ਕਿਹਾ, ਮੈਂ ਆਪ ਸਿਗਾਰ ਨਹੀਂ ਪੀਂਦਾ, ਸੋ ਇਹ ਰੱਖੇ ਵੀ ਨਹੀਂ, ਮਾਲਟੇ ਖਾਵਾਂਗੇ। ਉਹ ਮਾਲਟੇ ਤੋੜ ਲਿਆਇਆ ਅਤੇ ਉਸਨੇ ਦਸਤਾਨੇ ਪਾ ਕੇ ਮਾਲਟੇ ਕੱਟੇ, ਫਾੜੀਆਂ ਤੋਂ ਤਾਰਾਂ ਬੜੇ ਸਲੀਕੇ ਨਾਲ ਵੱਖ ਕੀਤੀਆਂ। ਅੰਦਰੋਂ ਪਲੇਟਾਂ ਅਤੇ ਲੂਣ ਲੈ ਕੇ ਆਇਆ ਅਤੇ ਤਸਤਰੀ ਵਿੱਚ ਰੱਖ ਕੇ ਉਸਨੇ ਬੜੇ ਆਦਰ ਨਾਲ ਮਾਲਟੇ ਖਾਣ ਲਈ ਬੇਨਤੀ ਕੀਤੀ। ਪਤਨੀ ਇੱਕ ਟਰੇ ਵਿੱਚ ਉਹਨਾਂ ਦੇ ਹੱਥ ਧਵਾਉਣ ਲਈ ਗਰਮ ਪਾਣੀ ਅਤੇ ਨਿੱਕੇ ਨਿੱਕੇ ਤੌਲੀਏ ਲਿਆਈ। ਮਹਿਮਾਨਾਂ ਨੇ ਬੜੇ ਪਿਆਰ ਨਾਲ ਮਾਲਟੇ ਖਾਧੇ। ਪਤੀ ਪਤਨੀ ਦਾ ਸਲੀਕਾ ਮੋਹ ਲੈਣ ਵਾਲਾ ਸੀ। ਉਹਨਾਂ ਦੇ ਘਰ ਦੀ ਹਰ ਚੀਜ਼ ਵਿੱਚੋਂ ਸੁਹਜ ਦਿਸਦਾ ਸੀ, ਕਲਾ ਝਲਕਦੀ ਸੀ। ਸੰਗੀਤਕਾਰ ਨੇ ਉਸ ਵਾਇਲਨ ਦੇ ਕਲਾਕਾਰ ਨੂੰ ਆਪਣੇ ਘਰ ਖਾਣੇ ਤੇ ਆਉਣ ਲਈ ਸੱਦਾ ਦਿੱਤਾ ਅਤੇ ਉਹ ਆਪਣੇ ਸਕੱਤਰ ਨਾਲ ਵਾਪਸ ਚੱਲ ਪਿਆ। ਸਕੱਤਰ ਨੇ ਕਿਹਾ, ਜਿਹੜਾ ਕੰਮ ਆਏ ਸਾਂ ਉਹ ਤਾਂ ਕੀਤਾ ਹੀ ਨਹੀਂ, ਕੁਝ ਪੁੱਛਿਆ ਹੀ ਨਹੀਂ। ਸੰਗੀਤਕਾਰ ਨੇ ਕਿਹਾ, ਕੁਝ ਪੁੱਛਣ ਜਾਣਨ ਦੀ ਲੋੜ ਨਹੀਂ। ਜਿਹੜਾ ਮਾਲਟੇ ਇੰਨੇ ਸਲੀਕੇ ਨਾਲ ਖਵਾਉਂਦਾ ਹੈ ਉਹ ਵਾਇਲਨ ਵੀ ਚੰਗੀ ਤਰ੍ਹਾਂ ਵਜਾਉਂਦਾ ਹੋਵੇਗਾ। ਮੇਰੇ ਵੱਲੋਂ ਉਸਨੂੰ ਪੂਰੀ ਤਰ੍ਹਾਂ ਨਿਮਰਤਾ ਨਾਲ ਬੇਨਤੀ ਕਰੋ, ਉਹ ਭਾਵੇਂ ਮੇਰੀ ਸੰਗੀਤ ਮੰਡਲੀ ਦਾ ਮਾਲਕ ਬਣ ਜਾਵੇ, ਪਰ ਆ ਜਾਵੇ। ਖਿੜਕੀ ਨੰਬਰ 127। ਜਦੋਂ ਅਮਰੀਕਾ ਵਿੱਚ ਗੁਲਾਮੀ ਦੇ ਖਾਤਮੇ ਦੇ ਪੱਖ ਵਿੱਚ ਅਤੇ ਵਿਰੋਧ ਵਿੱਚ ਲੜੀ ਗਈ ਖਾਨਾ ਜੰਗੀ ਖਤਮ ਹੋਈ ਤੇ ਗੁਲਾਮੀ ਦਾ ਖਾਤਮਾ ਹੋਇਆ ਤਾਂ ਇਬਰਾਹਿਮ ਲਿੰਕਨ ਨੇ ਆਪਣੀ ਪਤਨੀ ਨਾਲ ਬੱਗੀ ਵਿੱਚ ਬਹਿ ਕੇ ਆਜ਼ਾਦ ਹੋਏ ਗੁਲਾਮਾਂ ਦੀਆਂ ਮੀਲਾਂ ਲੰਬੀਆਂ ਵਹੀਰਾਂ ਤੋਂ ਸਦਭਾਵੀ ਸ਼ੁਭਕਾਮਨਾ ਲੈਂਦਿਆਂ ਇੱਧਰ ਉੱਧਰ ਵੇਖਿਆ। ਲਿੰਕਨ ਦੀਆਂ ਅੱਖਾਂ ਵਿੱਚ ਉਦਾਸੀ ਦੇ ਅੱਥਰੂ ਸਨ, ਪਰ ਮਨ ਵਿੱਚ ਖੁਸ਼ੀ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਖੁਸ਼ੀ ਜਿੱਤ ਅਤੇ ਸਫਲਤਾ ਸੀ, ਪਰ ਕੁਰਬਾਨੀਆਂ ਦੀ ਜਿਹੜੀ ਭਾਰੀ ਕੀਮਤ ਦੇਣੀ ਪਈ ਸੀ ਉਸਦੀ ਉਦਾਸੀ ਸੀ। ਲਿੰਕਨ ਦੇ ਬੁੱਲ੍ਹਾਂ ਤੇ ਮੁਸਕਰਾਹਟ ਸੀ, ਪਰ ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਇੱਕੋ ਵੇਲੇ ਮੀਂਹ ਪੈ ਰਿਹਾ ਸੀ ਅਤੇ ਧੁੱਪ ਚੜ੍ਹੀ ਹੋਈ ਸੀ। ਦੱਸਿਆ ਨਹੀਂ ਸੀ ਜਾ ਸਕਦਾ ਕਿ ਲਿੰਕ ਖੁਸ਼ ਵਧੇਰੇ ਸੀ ਜਾਂ ਉਦਾਸ ਵਧੇਰੇ ਸੀ। ਖਿੜਕੀ ਨੰਬਰ 128। ਮੇਰੇ ਇੱਕ ਮਿੱਤਰ ਦੀ ਧੀ ਦੂਜੇ ਸ਼ਹਿਰ ਵਿੱਚ ਵਿਆਹੀ ਹੋਈ ਸੀ। ਕਈ ਮਹੀਨੇ ਗੁਜ਼ਰ ਗਏ ਸਨ।
ਕੋਈ ਸੁੱਖ ਸੁਨੇਹਾ ਨਹੀਂ ਸੀ ਆਇਆ। ਉਸ ਸਮੇਂ ਟੈਲੀਫੋਨ ਆਮ ਨਹੀਂ ਸਨ। ਮਿੱਤਰ ਨੇ ਕਿਹਾ, "ਇੱਕ ਦਿਨ ਜਾ ਕੇ ਆਵਾਂਗੇ।" ਮੈਨੂੰ ਉਹ ਇਸ ਲਈ ਨਾਲ ਲਿਜਾ ਰਿਹਾ ਸੀ ਕਿ ਮੈਂ ਘੋਗ ਪਰਖ ਕਰਕੇ ਅਨੁਮਾਨ ਲਾਵਾਂ ਕਿ ਉਸ ਦੀ ਧੀ ਉੱਥੇ ਠੀਕ-ਠਾਕ ਸੀ। ਨਿਰਸੰਦੇਹ ਮੇਰੇ ਮਿੱਤਰ ਨੂੰ ਮੇਰੀ ਯੋਗਤਾ 'ਤੇ ਕੁਝ ਵਧੇਰੇ ਹੀ ਵਿਸ਼ਵਾਸ ਸੀ। 26 ਜਨਵਰੀ ਦੀ ਛੁੱਟੀ ਵਾਲੇ ਦਿਨ ਅਸੀਂ ਚਲੇ ਗਏ। ਜਦੋਂ ਪਹੁੰਚੇ ਤਾਂ ਨਿੱਕੀਆਂ-ਨਿੱਕੀਆਂ ਕਣੀਆਂ ਪੈ ਰਹੀਆਂ ਸਨ। ਕੁੰਡਾ ਖੜਕਾਇਆ। ਵੇਸਣ ਨਾਲ ਲਿਬੜੇ ਹੱਥਾਂ ਨਾਲ ਧੀ ਦੀ ਨਨਾਣ ਨੇ ਦਰਵਾਜ਼ਾ ਖੋਲ੍ਹਿਆ। ਅਸੀਂ ਬਹਾਨਾ ਲਾਇਆ ਕਿ ਕਿਸੇ ਕੰਮ ਆਏ ਸਾਂ। ਸੋਚਿਆ, ਮਿਲਦੇ ਜਾਈਏ। ਨਨਾਣ ਭਰਜਾਈ ਪਕੌੜੇ ਤਲ ਰਹੀਆਂ ਸਨ। ਅਸੀਂ ਪਕੌੜੇ ਖਾਧੇ, ਚਾਹ ਪੀਤੀ, ਸੁੱਖ-ਸਾਂਦ ਪੁੱਛੀ ਤੇ ਉਹਨਾਂ ਵੱਲੋਂ ਹੋਰ ਰੁਕਣ ਲਈ ਕਹਿਣ ਦੇ ਬਾਵਜੂਦ ਸ਼ਗਨ ਦੇ ਕੇ ਧੰਨਵਾਦ ਕਰਕੇ ਚੱਲ ਪਏ। ਮੇਰੇ ਮਿੱਤਰ ਨੇ ਪੁੱਛਿਆ, "ਕੋਈ ਗੱਲਬਾਤ ਤਾਂ ਕੀਤੀ ਨਹੀਂ? ਜਿਹੜੇ ਕੰਮ ਆਏ ਸੀ ਉਹ ਤਾਂ ਹੋਇਆ ਨਹੀਂ?" ਆਪਣੀ ਸਿਆਣਪ ਦਾ ਸਬੂਤ ਦਿੰਦਿਆਂ ਮੈਂ ਕਿਹਾ, "ਅਸੀਂ ਬਿਨਾਂ ਸੂਚਨਾ ਦਿੱਤੇ ਗਏ ਸਾਂ, ਸੋ ਸਾਡਾ ਥੋੜ੍ਹੀ ਦੇਰ ਹੀ ਰੁਕਣਾ ਬਣਦਾ ਸੀ।" ਮੈਂ ਕਿਹਾ, "ਗੱਲਬਾਤ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪਤਨੀ ਭਾਵੇਂ ਰੁੱਸੀ ਹੋਵੇ, ਭਾਵੇਂ ਲੜੀ ਹੋਵੇ, ਰੋਟੀ ਤਾਂ ਉਸਨੇ ਪਕਾਉਣੀ ਹੀ ਹੁੰਦੀ ਹੈ, ਪਰ ਪਕੌੜੇ ਤਾਂ ਹੀ ਤਲੇ ਜਾਣਗੇ ਜੇ ਸਭ ਕੁਝ ਠੀਕ ਹੋਵੇਗਾ। ਨਾਲੇ ਪਕੌੜੇ ਉਸਦੀ ਧੀ ਇਕੱਲੀ ਨਹੀਂ, ਨਨਾਣ ਭਰਜਾਈ ਰਲ ਕੇ ਤਲ ਰਹੀਆਂ ਸਨ ਤੇ ਸੱਸ ਸਾਰਿਆਂ ਨੂੰ ਵਰਤਾ ਰਹੀ ਸੀ ਅਤੇ ਸਾਰੇ ਪਕੌੜੇ ਖਾ ਰਹੇ ਸਨ ਤੇ ਉਂਗਲਾਂ ਚੱਟ ਰਹੇ ਸਨ। ਸੁੱਖ-ਸਾਂਦ ਦਾ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਹੈ?" ਖਿੜਕੀ ਨੰਬਰ 129 ਸਵਿਟਜ਼ਰਲੈਂਡ ਦੀ ਰਾਜਕੁਮਾਰੀ ਨੇ ਦੇਸ਼ ਦੀ ਹਰਮਨ-ਪਿਆਰੀ ਆਪਣੀ ਮਾਂ ਮਹਾਰਾਣੀ ਦੇ ਜਨਮ ਦਿਹਾੜੇ 'ਤੇ ਮਹਿਲ ਦੀ ਬਾਲਕਨੀ ਵਿੱਚੋਂ ਲੋਕਾਂ ਵੱਲੋਂ ਕੱਢੇ ਗਏ ਸ਼ੁਭ ਇੱਛਾਵਾਂ ਦੇ ਜਲੂਸ ਨੂੰ ਵੇਖਦਿਆਂ ਪੁੱਛਿਆ, "ਕੀ ਇਹ ਸਾਰੇ ਲੋਕ ਸਾਡੇ ਹਨ?" ਮਹਾਰਾਣੀ ਨੇ ਕਿਹਾ, "ਨਹੀਂ ਬੇਟੀ, ਇਹ ਸਾਡੇ ਨਹੀਂ, ਅਸੀਂ ਇਹਨਾਂ ਦੇ ਹਾਂ।" ਖਿੜਕੀ ਨੰਬਰ 130 ਇੱਕ ਵਿਅਕਤੀ ਨੇ ਬੇੜੀ ਵਿੱਚ ਕਿਸੇ ਨੂੰ ਪੁੱਛਿਆ, "ਜੇ ਬੇੜੀ ਉਲਟ ਜਾਵੇ ਤਾਂ ਮੇਰੀ ਮਾਂ ਤੇ ਪਤਨੀ ਦੋਵੇਂ ਡੁੱਬ ਰਹੀਆਂ ਹੋਣ ਤਾਂ ਮੈਂ ਕਿਸ ਨੂੰ ਬਚਾਵਾਂ?" ਸੁਣਨ ਵਾਲੇ ਨੇ ਕਿਹਾ, "ਤੂੰ ਮਾਂ ਨੂੰ ਬਚਾਵੀਂ, ਤੇਰੀ ਪਤਨੀ ਨੂੰ ਬਚਾਉਣ ਵਾਲੇ ਕਈ ਆ ਜਾਣਗੇ।" ਖਿੜਕੀ ਨੰਬਰ 131 ਪਸ਼ੂ ਆਪਣਾ ਭੋਜਨ ਕਿਸੇ ਹੋਰ ਪਸ਼ੂ ਨੂੰ ਨਹੀਂ ਦਿੰਦਾ। ਬਿੱਲੀ ਆਪਣਾ ਮਾਰਿਆ ਚੂਹਾ ਕਿਸੇ ਦੂਜੀ ਬਿੱਲੀ ਨੂੰ ਨਹੀਂ ਦਿੰਦੀ। ਸ਼ੇਰ ਆਪਣਾ ਸ਼ਿਕਾਰ ਕਿਸੇ ਹੋਰ ਸ਼ੇਰ ਨਾਲ ਸਾਂਝਾ ਨਹੀਂ ਕਰਦਾ। ਪਰ ਮਨੁੱਖ ਆਪਣਾ ਭੋਜਨ ਵੰਡਦਾ ਹੀ ਨਹੀਂ, ਸਗੋਂ ਲੋੜ ਪੈਣ 'ਤੇ ਆਪਣਾ ਸਾਰਾ ਭੋਜਨ ਕਿਸੇ ਲੋੜਵੰਦ ਨੂੰ ਦੇ ਕੇ ਆਪ ਭੁੱਖਾ ਵੀ ਰਹਿ ਸਕਦਾ ਹੈ। ਆਪਣਾ ਭੋਜਨ ਹੀ ਨਹੀਂ, ਆਪਣੀ ਨੀਂਦਰ ਵੀ ਦੇ ਸਕਦਾ ਹੈ। ਬਿਮਾਰ ਦੇ ਸਿਰਹਾਣੇ ਸਾਰੀ ਰਾਤ ਬਹਿ ਸਕਦਾ ਹੈ। ਆਪ ਗਰਮੀ ਝੱਲ ਕੇ ਕਿਸੇ ਹੋਰ ਨੂੰ ਪੱਖਾ ਝੱਲ ਸਕਦਾ ਹੈ। ਉਹ ਆਪਣੀ ਜਾਇਦਾਦ ਹੀ ਨਹੀਂ, ਆਪਣੀ ਜਾਨ ਵੀ ਹੀ ਨਹੀਂ, ਆਪਣਾ ਪਿਤਾ ਵੀ ਦੂਜਿਆਂ ਲਈ ਵਾਰ ਸਕਦਾ ਹੈ। ਆਪਣੇ ਸਾਰੇ ਪੁੱਤਰ ਖਿੜੇ ਮੱਥੇ ਕੁਰਬਾਨ ਕਰ ਸਕਦਾ ਹੈ, ਕਿਉਂਕਿ ਉਹ ਮਨੁੱਖ ਹੈ। ਹਰ ਮਨੁੱਖ ਵਿੱਚ ਪਰਮ ਮਨੁੱਖ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਖਿੜਕੀ ਨੰਬਰ 132 ਜਦੋਂ ਸਮੁੱਚੀ ਸਥਿਤੀ ਨਿਰਾਸ਼ਾਜਨਕ ਹੋਵੇ ਤਾਂ ਦੇਸ਼ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਆਗੂਆਂ ਦੀ ਲੋੜ ਪੈਂਦੀ ਹੈ ਜਿਹੜੇ ਕੌਮ ਦਾ ਹੌਸਲਾ ਉੱਚਾ ਚੱਕਣ। 20ਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ 'ਤੇ ਸਾਰਾ ਯੂਰਪ ਆਰਥਿਕ ਮੰਦਵਾੜੇ ਦਾ ਸ਼ਿਕਾਰ ਸੀ। ਇੰਗਲੈਂਡ ਉਸ ਵੇਲੇ ਵਿਸ਼ਵ ਸ਼ਕਤੀ ਸੀ, ਪਰ ਆਰਥਿਕ ਮੰਦੀ ਦਾ ਸਭ ਤੋਂ ਵੱਧ ਸ਼ਿਕਾਰ ਸੀ। ਉਸ ਵੇਲੇ ਇੰਗਲੈਂਡ ਦੇ ਵਿਸ਼ਵ ਪ੍ਰਸਿੱਧ ਕ੍ਰਿਕਟ ਖਿਡਾਰੀ ਬ੍ਰੈਡਮੈਨ ਨੇ ਵਿਦੇਸ਼ ਵਿੱਚ ਖੇਡੇ ਇੱਕ ਮੈਚ ਵਿੱਚ 305 ਦੌੜਾਂ ਬਣਾ ਕੇ ਇੰਗਲੈਂਡ ਦੇ ਸਾਰੇ ਦੇਸ਼ਵਾਸੀਆਂ ਦੇ ਹੌਸਲੇ ਬੁਲੰਦ ਕਰ ਦਿੱਤੇ। ਇੰਗਲੈਂਡ ਵਾਸੀਆਂ ਨੂੰ ਲੱਗਣ ਲੱਗ ਪਿਆ ਸੀ ਕਿ ਜਿਵੇਂ ਖੇਡ ਦੇ ਮੈਦਾਨ ਵਿੱਚ ਸਫਲਤਾ ਮਿਲੀ ਹੈ, ਆਰਥਿਕ ਮੈਦਾਨ ਵਿੱਚ ਵੀ ਮਿਲੇਗੀ, ਅਤੇ ਹੋਇਆ ਵੀ ਇਵੇਂ। ਲੋੜ ਹੌਸਲਾ ਉੱਚਾ ਕਰਨ ਦੀ ਹੀ ਸੀ, ਬਾਕੀ ਸਭ ਕੁਝ ਹਾਜ਼ਰ ਸੀ। ਬ੍ਰੈਡਮੈਨ ਦੀ ਕ੍ਰਿਕਟ ਵਿੱਚ ਇਸ ਸਫਲਤਾ ਨਾਲ ਉਹ ਸਾਰੇ ਕ੍ਰਿਕਟ ਜਗਤ ਵਿੱਚ ਪ੍ਰਸਿੱਧ ਹੋ ਗਿਆ। ਇੱਕ ਵਾਰੀ ਬ੍ਰੈਡਮੈਨ ਆਸਟ੍ਰੇਲੀਆ ਵਿੱਚ ਖੇਡ ਰਿਹਾ ਸੀ। ਉਸ ਦੇ ਇੱਕ ਪ੍ਰਸ਼ੰਸਕ ਨੇ ਚਿੱਠੀ ਲਿਖੀ, ਜਿਸ ਵਿੱਚ ਬ੍ਰੈਡਮੈਨ ਦਾ ਪਤਾ ਨਹੀਂ ਸੀ ਲਿਖਿਆ ਹੋਇਆ। ਕੇਵਲ ਇੰਨਾ ਹੀ ਲਿਖਿਆ ਸੀ, "ਬ੍ਰੈਡਮੈਨ, ਜਿਹੜਾ ਆਸਟ੍ਰੇਲੀਆ ਵਿੱਚ ਕਿਧਰੇ ਕ੍ਰਿਕਟ ਖੇਡ ਰਿਹਾ ਹੈ, ਇਹ ਖਤ ਬ੍ਰੈਡਮੈਨ ਨੂੰ ਪਹੁੰਚਾਇਆ ਜਾਵੇ।" ਬ੍ਰੈਡਮੈਨ ਇੰਨਾ ਪ੍ਰਸਿੱਧ ਹੋ ਗਿਆ ਸੀ ਕਿ ਲੋਕ ਉਸ ਦੇ ਪੱਤਰ ਦੇ ਨਾਂ ਵਿੱਚ ਬ੍ਰੈਡਮੈਨ ਲਿਖਿਆ ਪੜ੍ਹ ਕੇ ਉਸ ਨੂੰ ਮਿਲਣ ਲਈ ਘੇਰ ਲੈਂਦੇ ਸਨ। ਬ੍ਰੈਡਮੈਨ ਦੇ ਪੱਤਰ ਨੇ ਇਹ ਕਹਿ ਕੇ ਕਿ ਇੰਗਲੈਂਡ ਲਈ ਇਹ ਹੀ ਬ੍ਰੈਡਮੈਨ ਕਾਫੀ ਹੈ, ਪ੍ਰਸ਼ੰਸਕਾਂ ਦੀਆਂ ਭੀੜਾਂ ਤੋਂ ਬਚਣ ਲਈ ਆਪਣਾ ਨਾਂ ਬਦਲ ਲਿਆ ਸੀ। ਖਿੜਕੀ ਨੰਬਰ 133 ਅੰਦਰੋਂ ਭਰੇ ਹੋਏ ਵਿਅਕਤੀ ਇਵੇਂ ਵਿਹਾਰ ਕਰਦੇ ਹਨ ਜਿਵੇਂ ਕੁਝ ਨਾ ਵਾਪਰਿਆ ਹੋਵੇ, ਭਾਵੇਂ ਸਭ ਕੁਝ ਵਾਪਰ ਗਿਆ ਹੋਵੇ। ਇੱਕ ਵਿਅਕਤੀ ਦੇ ਖੂਨ ਦੀ ਕਿਸਮ ਬੜੀ ਅਸਧਾਰਨ ਸੀ, ਜੋ ਫੌਰੀ ਦੇਣ ਨਾਲ ਕਿਸੇ ਮਰ ਰਹੇ ਵਿਅਕਤੀ ਦੀ ਜਾਨ ਬਚਾ ਸਕਦੀ ਸੀ। ਇਸ ਵਿਅਕਤੀ ਨੇ ਆਪਣਾ ਨਾਂ ਖੂਨਦਾਨ ਕਰਨ ਲਈ ਲਿਖਵਾਇਆ ਹੋਇਆ ਸੀ ਅਤੇ ਹਸਪਤਾਲ ਵਾਲਿਆਂ ਨੇ ਉਸ ਨੂੰ ਦੱਸਿਆ ਹੋਇਆ ਸੀ, ਜਦੋਂ ਵੀ ਲੋੜ ਪਵੇਗੀ, ਫੌਰੀ ਲੋੜ ਪਵੇਗੀ, ਝਟਪਟ ਪਹੁੰਚਣਾ ਹੋਵੇਗਾ। ਇੱਕ ਦਿਨ ਅਚਾਨਕ ਲੋੜ ਪੈ ਗਈ। ਉਸ ਨੂੰ ਬੁਲਾਇਆ ਗਿਆ। ਉਹ ਪਹੁੰਚਿਆ। ਡਾਕਟਰ ਨੇ ਕਿਹਾ, "ਕਮਜ਼ੋਰ ਲੱਗ ਰਹੇ ਹੋ।" ਉਸ ਨੇ ਕਿਹਾ, "ਨਹੀਂ, ਮੈਂ ਠੀਕ ਹਾਂ।"
ਉਸਨੇ ਖੂਨ ਦਿੱਤਾ। ਖੂਨ ਦੇਣ ਉਪਰੰਤ ਆਪਰੇਸ਼ਨ ਕਰਨ ਤੋਂ ਮਗਰੋਂ ਡਾਕਟਰ ਨੇ ਪੁੱਛਿਆ, ਤੁਸੀਂ ਚੁੱਪ-ਚਾਪ ਲੱਗ ਰਹੇ ਹੋ? ਖੂਨ ਦੇਣ ਵਾਲੇ ਨੇ ਦੱਸਿਆ, ਮੇਰੀ ਪਤਨੀ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਜਦੋਂ ਤੁਹਾਡਾ ਫੋਨ ਆਇਆ, ਉਸਦੇ ਭੋਗ ਦੀ ਅਰਦਾਸ ਹੋ ਰਹੀ ਸੀ। ਮੈਂ ਖੂਨ ਦੇਣ ਦਾ ਵਾਅਦਾ ਕੀਤਾ ਸੀ। ਮੇਰੀ ਪਤਨੀ ਮਰ ਚੁੱਕੀ ਸੀ। ਇਹ ਮਰੀਜ਼ ਮਰ ਰਿਹਾ ਸੀ। ਮੈਨੂੰ ਤਸੱਲੀ ਹੈ ਕਿ ਇਹ ਬਚ ਜਾਵੇਗਾ। ਇਸ ਨਾਲ ਮੇਰੀ ਪਤਨੀ ਦੀ ਆਤਮਾ ਨੂੰ ਜ਼ਰੂਰ ਸ਼ਾਂਤੀ ਮਿਲੇਗੀ। ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਆਪਣਾ ਖੂਨ ਉਸਨੂੰ ਭੇਟ ਕੀਤਾ ਹੈ। ਖਿੜਕੀ ਨੰਬਰ 134 ਪੂਰਨ ਸ਼ਾਂਤੀ ਦੀ ਆਸ ਅਤੇ ਇੱਛਾ ਭਰਮ ਜਾਲ ਹੁੰਦੀ ਹੈ। ਸਮਾਜ ਵਿੱਚ ਕਦੇ ਵੀ ਪੂਰਨ ਸ਼ਾਂਤੀ ਨਹੀਂ ਹੁੰਦੀ, ਕਦੇ ਹੋਈ ਨਹੀਂ ਤੇ ਕਦੀ ਹੋਵੇਗੀ ਵੀ ਨਹੀਂ। ਜੇ ਰਾਜਨੀਤਿਕ ਸਮੱਸਿਆਵਾਂ ਹੱਲ ਹੋ ਜਾਣ ਤਾਂ ਆਰਥਿਕ ਸਮੱਸਿਆ ਉਪਜ ਪੈਂਦੀਆਂ ਹਨ। ਜੇ ਆਰਥਿਕ ਝਗੜੇ ਹੱਲ ਹੋ ਜਾਣ ਤਾਂ ਧਾਰਮਿਕ ਮਸਲੇ ਉਪਜ ਪੈਂਦੇ ਹਨ ਤੇ ਸਮਾਜਿਕ ਵਖਰੇਵੇਂ ਸਿਰ ਚੁੱਕਣ ਲੱਗ ਪੈਂਦੇ ਹਨ। ਜੇ ਇਹ ਵੀ ਹੱਲ ਹੋ ਜਾਣ ਤਾਂ ਪਰਿਵਾਰਕ ਉਲਝਣਾਂ, ਵਿਅਕਤੀਗਤ ਟਕਰਾਓ, ਕੁਦਰਤੀ ਵਿਪਤਾਵਾਂ ਆ ਜਾਂਦੀਆਂ ਹਨ। ਜੇ ਸਭ ਕੁਝ ਠੀਕ ਹੋ ਜਾਵੇ ਤਾਂ ਗੁਆਂਢੀ ਦੇਸ਼ ਝਗੜੇ ਉਪਜਾਉਣ ਲੱਗ ਪੈਂਦੇ ਹਨ। ਸਮੱਸਿਆਵਾਂ, ਝਗੜਿਆਂ, ਟਕਰਾਵਾਂ ਤੋਂ ਭੈਭੀਤ ਹੋਣ ਦੀ ਲੋੜ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਮਜ਼ਬੂਤ ਬਣੀਏ ਤੇ ਹਰ ਸਥਿਤੀ, ਸੰਕਟ, ਚੁਣੌਤੀ, ਧਮਕੀ ਆਦਿ ਦੀ ਦਲੇਰੀ ਨਾਲ ਸਾਹਮਣਾ ਕਰੀਏ। ਖਿੜਕੀ ਨੰਬਰ 135 ਇੱਕ ਸਧਾਰਨ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਉਸਨੂੰ ਅਚਾਨਕ ਇੱਕ ਬੱਚੇ ਦੀਆਂ ਚੀਕਾਂ ਸੁਣੀਆਂ। ਕਿਸਾਨ ਦੌੜ ਕੇ ਆਇਆ, ਵੇਖਿਆ ਇੱਕ ਬੱਚਾ ਦਲਦਲ ਵਿੱਚ ਧੱਸਦਾ ਜਾ ਰਿਹਾ ਸੀ। ਕਿਸਾਨ ਨੇ ਉਸ ਬੱਚੇ ਨੂੰ ਬਚਾ ਲਿਆ। ਅਗਲੇ ਦਿਨ ਇੱਕ ਵੱਡੀ ਬੱਗੀ ਵਿੱਚ ਇੱਕ ਅਮੀਰ ਜੋੜਾ ਆਇਆ, ਜਿਸਨੇ ਘੁੰਮਣ ਲਈ ਉੱਧਰ ਆ ਨਿਕਲੇ। ਆਪਣੇ ਪੁੱਤਰ ਨੂੰ ਬਚਾਉਣ ਕਰਕੇ ਕਿਸਾਨ ਦਾ ਭਰਪੂਰ ਧੰਨਵਾਦ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਕੁਝ ਭੇਟਾ ਕਰਨਾ ਚਾਹੁੰਦਾ ਹਾਂ। ਕਿਸਾਨ ਨੇ ਕਿਹਾ, ਜਿਹੜਾ ਕੰਮ ਮੈਂ ਕੀਤਾ ਹੈ, ਅਜਿਹੇ ਕੰਮਾਂ ਦੇ ਪੈਸੇ ਨਹੀਂ ਵੱਟੇ ਜਾਂਦੇ। ਐਨੇ ਵਿੱਚ ਬੱਗੀ ਨੂੰ ਵੇਖ ਕੇ ਉਤਸੁਕਤਾ ਵੱਸ ਕਿਸਾਨ ਦਾ ਪੁੱਤਰ ਉੱਥੇ ਆ ਗਿਆ। ਬੱਗੀ ਵਾਲੇ ਨੇ ਕਿਹਾ, ਮੈਂ ਤੁਹਾਡੇ ਇਸ ਪੁੱਤਰ ਦੀ ਵਿੱਦਿਆ ਦੀ ਜ਼ਿੰਮੇਵਾਰੀ ਲੈਣੀ ਚਾਹੁੰਦਾ ਹਾਂ। ਇਹ ਸਾਰੀ ਪੜ੍ਹਾਈ ਮੇਰੇ ਖਰਚੇ ਤੇ ਕਰੇਗਾ। ਉਸ ਕਿਸਾਨ ਦਾ ਇਹ ਪੁੱਤਰ ਵੱਡਾ ਹੋ ਕੇ ਸੰਸਾਰ ਦਾ ਪ੍ਰਸਿੱਧ ਡਾਕਟਰ ਅਲੈਗਜ਼ੈਂਡਰ ਫਲੈਮਿੰਗ ਬਣਿਆ, ਜਿਸ ਨੇ ਪੈਨਸਿਲ ਦੀ ਕਾਢ ਕੱਢੀ। ਪੈਨਸਿਲ ਨੇ ਪਿਛਲੀ ਇੱਕ ਸਦੀ ਦੌਰਾਨ 100 ਕਰੋੜ ਨਾਲੋਂ ਵੱਧ ਲੋਕਾਂ ਦੀ ਜਾਨ ਬਚਾਈ। ਇਤਫਾਕ ਦੀ ਗੱਲ ਹੈ ਕਿ ਧਨਵਾਨ ਵਿਅਕਤੀ ਦੇ ਉਸ ਪੁੱਤਰ ਨੂੰ 40 ਸਾਲ ਮਗਰੋਂ ਨਮੂਨੀਆ ਹੋ ਗਿਆ, ਜਿਹੜਾ ਫਲੈਮਿੰਗ ਦੀ ਪੈਨਸਿਲੀਨ ਨਾਲ ਠੀਕ ਹੋਇਆ। ਉਹ ਧਨਵਾਨ ਵਿਅਕਤੀ ਲਾਰਡ ਰੈਡਲਫ ਚਰਚਿਲ ਸੀ ਅਤੇ ਚਿੱਕੜ ਵਿੱਚ ਧੱਸਣ ਅਤੇ ਨਮੂਨੀਆ ਹੋਣ ਵਾਲੇ ਉਸਦੇ ਪੁੱਤਰ ਦਾ ਨਾਂ ਵਿੰਸਟਨ ਚਰਚਿਲ ਸੀ, ਜਿਹੜਾ ਦੂਜੇ ਵਿਸ਼ਵ ਯੁੱਧ ਸਮੇਂ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੀ, ਜਿਸਦੇ ਹੌਸਲੇ, ਸਿਦਕ ਅਤੇ ਦ੍ਰਿੜ੍ਹਤਾ ਦੀ ਸਾਰਾ ਸੰਸਾਰ ਹੁਣ ਵੀ ਦਾਦ ਦਿੰਦਾ ਹੈ। ਖਿੜਕੀ ਨੰਬਰ 136 ਕਿਸੇ ਅਦਾਕਾਰ ਦੀ ਅਦਾਕਾਰੀ ਕਰਦਿਆਂ ਸ਼ਕਲ ਹੋਰ ਹੁੰਦੀ ਹੈ ਅਤੇ ਅਸਲ ਸ਼ਕਲ ਹੋਰ ਹੁੰਦੀ ਹੈ। ਚਾਰਲੀ ਚੈਪਲਿਨ ਇੱਕ ਬੜਾ ਗੰਭੀਰ ਵਿਅਕਤੀ ਸੀ, ਜਿਸਨੇ ਸੰਸਾਰ ਦੀਆਂ ਸਭ ਤੋਂ ਵੱਧ ਹਾਸਰਸੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਸੀ। ਉਸ ਦੀਆਂ ਫਿਲਮਾਂ ਨੂੰ ਵੇਖ ਕੇ ਰੋਗੀ ਤੰਦਰੁਸਤ ਹੋ ਜਾਂਦੇ ਸਨ। ਕਈ ਵਾਰੀ ਡਾਕਟਰ ਮਰੀਜ਼ਾਂ ਨੂੰ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਣ ਦੀ ਸਿਫਾਰਸ਼ ਕਰਦੇ ਹਨ। ਇੱਕ ਵਾਰੀ ਚਾਰਲੀ ਚੈਪਲਿਨ ਆਪ ਨਿਰਾਸ਼ ਅਤੇ ਢਹਿੰਦੀ ਕਲਾ ਵਿੱਚ ਸੀ। ਉਹ ਮਾਨਸਿਕ ਰੋਗ ਤੇ ਇੱਕ ਡਾਕਟਰ ਕੋਲ ਗਿਆ। ਡਾਕਟਰ ਨੇ ਮੁਆਇਨਾ ਕਰਕੇ ਦੱਸਿਆ ਕਿ ਤੁਹਾਨੂੰ ਹੱਸਣ-ਖੇਡਣ ਦੀ ਲੋੜ ਹੈ, ਕਿਉਂਕਿ ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਸੋਚਦੇ ਬਹੁਤ ਹੋ। ਸੋ ਸੋਚਣ ਤੋਂ ਧਿਆਨ ਹਟਾਉਣ ਲਈ ਤੁਸੀਂ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਿਆ ਕਰੋ। ਖਿੜਕੀ ਨੰਬਰ 137 ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ ਵਿੱਚ ਹੀ ਕਰ ਲੈਂਦਾ ਹੈ। ਇਸ ਪੱਖ ਤੋਂ ਪਹਿਲੀ ਝਲਕ ਬੜੀ ਮਹੱਤਵਪੂਰਨ ਹੁੰਦੀ ਹੈ। ਜਿਸ ਇਸਤਰੀ ਵਿੱਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ, ਪਰ ਜਿਸ ਵਿੱਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ ਹੈ, ਕਿਉਂਕਿ ਡਰ ਅਤੇ ਆਸ ਦਾ ਵਾਤਾਵਰਣ ਉਸਨੂੰ ਅਸ਼ਾਂਤ ਕਰ ਦਿੰਦਾ ਹੈ। ਗੱਲਬਾਤ ਦੇ ਪਹਿਲੇ ਕੁਝ ਮਿੰਟ ਔਖੇ ਲੰਘਦੇ ਹਨ, ਫਿਰ ਦੋਵੇਂ ਇੱਕ ਦੂਜੇ ਨੂੰ ਤਾਲ ਦੇਣ ਲੱਗ ਪੈਂਦੇ ਹਨ। ਜੇ ਅੱਧਾ ਘੰਟਾ ਲੰਘ ਜਾਵੇ ਤਾਂ ਪੁਰਸ਼ ਉਸ ਇਸਤਰੀ ਬਾਰੇ ਹੀ ਨਹੀਂ, ਆਪਣੇ ਆਪ ਬਾਰੇ ਵੀ ਚੰਗਾ-ਚੰਗਾ ਸੋਚਣ ਲੱਗ ਪੈਂਦਾ ਹੈ। ਇਸਤਰੀ-ਪੁਰਸ਼ ਦੀ ਗੱਲਬਾਤ ਦਾ ਆਰੰਭ ਕਾਮਿਕ ਖਿੱਚ ਕਾਰਨ ਹੁੰਦਾ ਹੈ, ਪਰ ਇਹ ਜਾਰੀ ਉਨ੍ਹਾਂ ਦੀ ਪਰਸਪਰ ਦਿਲਚਸਪੀ ਨਾਲ ਰਹਿੰਦਾ ਹੈ। ਪੁਰਸ਼ ਨੂੰ ਉਹ ਇਸਤਰੀ ਚੰਗੀ ਲੱਗਦੀ ਹੈ, ਜਿਹੜੀ ਉਸਦੀ ਭਟਕਣ ਦੂਰ ਕਰੇ, ਜਿਹੜੀ ਉਸਨੂੰ ਉਧੜੇ ਹੋਏ ਨੂੰ ਸਿਉਂ ਦੇਵੇ, ਨਾ ਕਿ ਸੀਤੇ ਹੋਏ ਨੂੰ ਉਧਾੜ ਦੇਵੇ। ਇਸਤਰੀ ਨੂੰ ਉਹ ਪੁਰਸ਼ ਚੰਗਾ ਲੱਗਦਾ ਹੈ, ਜਿਹੜਾ ਉਸਦਾ ਸਵੈ-ਵਿਸ਼ਵਾਸ ਵਧਾਏ, ਜਿਹੜਾ ਉਸਨੂੰ ਸੋਹਣੀ, ਸਿਆਣੀ ਅਤੇ ਚੰਗੀ ਇਸਤਰੀ ਹੋਣ ਦਾ ਅਹਿਸਾਸ ਕਰਵਾਏ ਅਤੇ ਉਸਨੂੰ ਆਪਣੇ ਇਸਤਰੀ ਹੋਣ ਦਾ ਮਾਣ ਮਹਿਸੂਸ ਹੋਣ ਲੱਗ ਪਏ। ਖਿੜਕੀ ਨੰਬਰ 138 ਜੇ ਤੁਹਾਡੇ ਕੋਲ 1 ਰੁਪਈਆ ਹੈ, ਮੇਰੇ ਕੋਲ 1 ਰੁਪਈਆ ਹੈ, ਜੇ ਵਟਾ ਲਈਏ ਤਾਂ ਦੋਹਾਂ ਕੋਲ 1-1 ਰੁਪਈਆ ਹੀ ਰਹੇਗਾ। ਜੇ ਤੁਹਾਡੇ ਕੋਲ ਇੱਕ ਚੰਗਾ ਖਿਆਲ ਹੈ ਤੇ ਮੇਰੇ ਕੋਲ ਵੀ ਇੱਕ ਚੰਗਾ ਵਿਚਾਰ ਹੈ,
ਜੇ ਵਟਾ ਲਈਏ ਤਾਂ ਦੋਹਾਂ ਕੋਲ ਦੋ-ਦੋ ਵਿਚਾਰ ਹੋਣਗੇ। ਵਿਚਾਰ ਦੀ ਦੌਲਤ ਰੁਪਈਆਂ ਦੀ ਦੌਲਤ ਨਾਲੋਂ ਤੇਜ਼ੀ ਨਾਲ ਵੱਧਦੀ ਹੈ ਅਤੇ ਹਰ ਕੋਈ ਅਮੀਰ ਹੋ ਸਕਦਾ ਹੈ ਅਤੇ ਹੋ ਜਾਂਦਾ ਹੈ। ਖਿੜਕੀ ਨੰਬਰ 139 ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪਹਿਲੀ ਕਾਰ ਸੇਵਾ 1923 ਵਿੱਚ ਉਦੋਂ ਹੋਈ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ 'ਤੇ ਸੀ। ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਭਾਰਤ ਦੇ ਕਈ ਹਿੱਸਿਆਂ ਵਿੱਚ ਕਾਰ ਸੇਵਾ ਲਈ ਜੱਥੇ ਪਹੁੰਚੇ ਸਨ। ਉਸ ਸਮੇਂ ਅੰਮ੍ਰਿਤਸਰ ਦਾ ਇੱਕ ਮੁਸਲਮਾਨ ਕਵੀ 25-30 ਪਤਵੰਤੇ ਮੁਸਲਮਾਨ ਸਾਥੀਆਂ ਨੂੰ ਨਾਲ ਲੈ ਕੇ ਕਾਰ ਸੇਵਾ ਲਈ ਪਹੁੰਚਿਆ ਸੀ। ਸਿੱਖਾਂ ਨੇ ਬੜੀ ਆਓ-ਭਗਤ ਕੀਤੀ। ਮੁਸਲਮਾਨਾਂ ਨੇ ਅਜੇ ਦੋ-ਦੋ ਤਸੱਲੀਆਂ ਹੀ ਸੀ ਸੇਵਾ ਕੀਤੀ ਸੀ ਕਿ ਸਿੱਖ ਸੱਜਣਾਂ ਨੇ ਅੱਗੇ ਹੋ ਕੇ ਮੁਸਲਮਾਨ ਭਰਾਵਾਂ ਦੇ ਹੱਥ ਫੜ ਲਏ ਅਤੇ ਕਿਹਾ ਕਿ ਤੁਹਾਡੇ ਭਾਈਚਾਰਕ ਪਿਆਰ ਅਤੇ ਸਹਿਯੋਗ ਦੇ ਜਜ਼ਬੇ ਨੇ ਸਾਡੇ ਦਿਲ ਮੋਹ ਲਏ ਹਨ। ਤੁਸੀਂ ਸਾਨੂੰ ਬੇਮੁੱਲ ਖਰੀਦ ਲਿਆ ਹੈ। ਤੁਹਾਡੀ ਨਮਾਜ਼ ਦਾ ਵੇਲਾ ਹੋ ਗਿਆ ਹੈ। ਅੱਜ ਤੁਸੀਂ ਇੱਥੇ ਹਰਿਮੰਦਰ ਸਾਹਿਬ ਦੇ ਅੰਦਰ ਹੀ ਨਮਾਜ਼ ਅਦਾ ਕਰ ਲਵੋ ਅਤੇ ਸਾਡੇ ਵੱਲੋਂ ਜਲ ਪਾਣੀ ਦੀ ਸੇਵਾ ਜ਼ਰੂਰ ਕਬੂਲ ਕਰੋ। ਉਸ ਵੇਲੇ ਬੜਾ ਅਦਭੁਤ ਦ੍ਰਿਸ਼ ਹੋਇਆ ਸੀ ਕਿਉਂਕਿ ਹਰਿਮੰਦਰ ਵਿੱਚ ਨਮਾਜ਼ ਅਦਾ ਹੋ ਰਹੀ ਸੀ ਅਤੇ ਮਸਜਿਦ ਵਿੱਚੋਂ ਕੀਰਤਨ ਦੀ ਆਵਾਜ਼ ਆ ਰਹੀ ਸੀ। ਖਿੜਕੀ ਨੰਬਰ 140 ਬ੍ਰਾਜ਼ੀਲ ਵਿੱਚ ਸੰਸਾਰ ਦੇ ਸਭ ਤੋਂ ਪ੍ਰਸਿੱਧ ਅਤੇ ਵੱਡੇ ਫੁੱਟਬਾਲ ਖਿਡਾਰੀ ਪੇਲੇ ਨੂੰ ਇੱਕ ਟ੍ਰੈਫਿਕ ਕੇਸ ਦੇ ਸੰਬੰਧ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਪਿਆ। ਜੱਜ ਨੇ ਜੁਰਮਾਨਾ ਕੀਤਾ ਪਰ ਪੇਲੇ ਦੱਸ ਚੁੱਕਿਆ ਸੀ ਕਿ ਉਹ ਇੱਕ ਪ੍ਰਸਿੱਧ ਮੈਚ ਲਈ ਲੇਟ ਹੋ ਰਿਹਾ ਸੀ, ਇਸ ਲਈ ਉਸ ਤੋਂ ਲਾਲ ਬੱਤੀ ਦੀ ਉਲੰਘਣਾ ਹੋ ਗਈ। ਮੁਕੱਦਮੇ ਦੀ ਕਾਰਵਾਈ ਦੌਰਾਨ ਜੱਜ ਨੇ ਪੁੱਛਿਆ, ਸੰਸਾਰ ਦਾ ਸਭ ਤੋਂ ਵੱਡਾ ਫੁੱਟਬਾਲਰ ਕੌਣ ਹੈ? ਪੇਲੇ ਨੇ ਕਿਹਾ, ਸੰਸਾਰ ਦਾ ਸਭ ਤੋਂ ਵੱਡਾ ਫੁੱਟਬਾਲਰ ਮੈਂ ਹੀ ਹਾਂ। ਅਦਾਲਤ ਵਿੱਚੋਂ ਬਾਹਰ ਆਉਂਦਿਆਂ ਪੇਲੇ ਦੇ ਕੋਚ ਨੇ ਕਿਹਾ, ਤੂੰ ਬੜਾ ਹੰਕਾਰਿਆ ਹੋਇਆ ਹੈ। ਭਾਵੇਂ ਇਹ ਸੱਚ ਹੈ ਕਿ ਤੂੰ ਸੰਸਾਰ ਦਾ ਸਭ ਤੋਂ ਵੱਡਾ ਫੁੱਟਬਾਲਰ ਹੈ, ਪਰ ਇੰਨੀ ਫੜ ਮਾਰਨ ਦੀ ਕੀ ਲੋੜ ਸੀ? ਪੇਲੇ ਨੇ ਕਿਹਾ, ਮੈਂ ਝੂਠ ਕਿਵੇਂ ਬੋਲ ਸਕਦਾ ਸੀ? ਮੈਂ ਸੱਚ ਬੋਲਣ ਦੀ ਸਹੁੰ ਖਾਧੀ ਹੋਈ ਸੀ।